हाय फ्रेंड्स, तो ਆਪਾਂ ਅੱਜ ਗੱਲ ਕਰਨੀ ਹੈਗੀ ਆ ਡਾਕੂਮੈਂਟਸ ਬਾਰੇ ਨਹੀਂ, ਕਿਉਂਕਿ ਡਾਕੂਮੈਂਟਸ ਅਸੀਂ ਪਿਛਲੀ ਵੀਡੀਓਜ਼ 'ਚ ਸਾਰੇ ਕਵਰ ਕਰ ਚੁੱਕੇ ਹਾਂ। ਇਮੇਜਿਨ ਕਰੋ ਕਿ ਠੀਕ ਹੈ ਤੁਹਾਡੇ ਡਾਕੂਮੈਂਟਸ ਕਵਰ ਹੋ ਗਏ ਸਾਰੇ, ਪੀਸੀਸੀ ਮਿਲ ਗਈ, ਮੈਡੀਕਲ ਹੋ ਗਿਆ ਤੁਹਾਡਾ, ਤੇ ਆਲਸੋ ਬਾਇਓਮੈਟ੍ਰਿਕਸ ਤੁਹਾਡੇ ਹੋ ਗਏ। ਤੇ ਹੁਣ ਆਪਾਂ ਕਾਈਂਡ ਆਫ ਆ ਗਏ ਆ ਸਿਚੁਏਸ਼ਨ 'ਚ ਕਿ 1-2 ਦਿਨ ਰਹਿ ਗਏ ਆ, ਤੇ ਹੁਣ ਤੁਸੀਂ ਇੰਪੋਰਟੈਂਟ ਚੀਜ਼ ਹੈਗੀ ਆ ਕਿ ਇੰਟਰਵਿਊ ਵਾਲੀ ਲੋਕੇਸ਼ਨ ਤੇ ਪਹੁੰਚਣਾ ਵਾ, ਜਿਹਦਾ ਮਤਲਬ US ਕੌਂਸੂਲੇਟ ਮੁੰਬਈ 'ਚ ਤੁਸੀਂ ਪਹੁੰਚਣਾ ਹੈਗਾ ਵਾ। ਤੇ ਆਪਾਂ ਟਰੈਵਲ ਪਲਾਨ ਬਾਰੇ ਗੱਲ ਕਰਦੇ ਹਾਂ। ਤੇ ਟਰੈਵਲ ਪਲਾਨ ਦੇ ਵਿੱਚ ਓਬਵੀਅਸਲੀ ਬੁਕਿੰਗਸ ਇੰਪੋਰਟੈਂਟ ਹੋਣੀਆਂ ਵਾ ਤੁਹਾਡੀਆਂ, ਕਿ ਮੋਸਟ ਪ੍ਰੋਬਬਲੀ ਤੇ ਆਪਾਂ ਮੇਰੇ ਖਿਆਲ 2 ਦਿਨ ਪਹਿਲੇ ਤੁਸੀਂ ਪਹੁੰਚ ਗਏ ਸੀ, 3 ਦਿਨ ਪਹਿਲੇ, 2 days ਬਿਫੋਰ। ਤੇ ਮੈਂ ਤੇ ਡਾਇਰੈਕਟਲੀ ਇੱਥੋਂ ਸੈਨ ਫਰਾਂਸਿਸਕੋ ਤੋਂ ਹੀ ਪਹੁੰਚਿਆ ਹੈਗਾ ਸੀ ਮੁੰਬਈ, 1 ਦਿਨ ਪਹਿਲੇ ਪਹੁੰਚਿਆ ਸੀ ਮੈਂ। ਤੇ ਉੱਥੇ ਬੁਕਿੰਗਸ ਇੰਪੋਰਟੈਂਟ ਹੋਣੀ ਆ ਤੁਹਾਡੀ ਓਬਵੀਅਸਲੀ, ਕਿ ਤੁਸੀਂ ਉੱਥੇ ਪਹੁੰਚੋਗੇ ਕਿਸ ਤਰ੍ਹਾਂ, ਤੁਹਾਡੀ ਫਲਾਈਟ ਮੇਨ ਇਹੋ ਹੀ ਬੈਸਟ ਮੇਰੇ ਖਿਆਲ ਤੋਂ ਜ਼ਰੀਆ ਹੈਗਾ ਵਾ ਛੇਤੀ ਪਹੁੰਚਣ ਦਾ। ਅਦਰਵਾਈਜ਼ ਇਨ ਟ੍ਰੇਨ ਤੇ ਮੈਨੂੰ ਲੱਗਦਾ 2 ਦਿਨ ਤੇ ਲੱਗ ਹੀ ਜਾਂਦੇ ਆ। ਤੇ ਫਲਾਈਟ ਤੁਸੀਂ ਬੁਕਿੰਗ ਇੰਪੋਰਟੈਂਟ ਹੈਗੀ ਆ ਵੇਖਣੀ, ਕਿਹੜੀ ਫਲਾਈਟ ਲੈਣਾ ਚਾਹੋਗੇ। ਕੁਛ ਫਲਾਈਟਾਂ ਦੇ ਮਤਲਬ ਰੈਪੂਟੇਸ਼ਨ ਇੰਨੀ ਚੰਗੀ ਨਹੀਂ ਹੈਗੀ ਕਿ ਮੇਨ ਉਹ ਤੁਹਾਨੂੰ ਟਾਈਮ ਸਿਰ ਪਹੁੰਚਾ ਸਕਣ। ਤੇ ਤੁਹਾਨੂੰ ਠੀਕ ਹੈ ਇਹ ਕਈ ਚੀਜ਼ਾਂ ਵੇਖਣੀਆਂ ਪੈਣੀਆਂ ਵਾ, ਕਈ ਵਾਰ ਫਲਾਈਟਸ ਅਵੇਲੇਬਲ ਨਹੀਂ ਹੁੰਦੀ, ਕਈ ਵਾਰ ਕੋਈ ਇਸ਼ੂ ਹੋ ਰਿਹਾ ਹੁੰਦਾ ਵਾ। ਤੇ ਜਦੋਂ ਤੁਹਾਡੀ ਇੰਟਰਵਿਊ ਆ ਜਾਂਦੀ ਆ, ਫਿਰ ਤੁਹਾਡਾ ਸਭ ਤੋਂ ਪਹਿਲਾ ਮਕਸਦ ਇਹ ਵੀ ਹੋਣਾ ਚਾਹੀਦਾ ਕਿ ਤੁਹਾਡੀ ਫਲਾਈਟ ਬੁੱਕ ਹੋ ਜੇ। 1 ਡੇ ਪਹਿਲਾਂ ਵੀ ਜਾ ਸਕਦੇ ਹੋ, ਜ਼ਰੂਰੀ ਨਹੀਂ ਕਿ 2 days ਪਹਿਲਾਂ ਹੀ ਜਾ ਕੇ ਬੈਠਣਾ। ਬਾਕੀ ਅਗਰ ਤੁਸੀਂ ਬਾਇਓਮੈਟ੍ਰਿਕ ਉੱਥੇ ਪਲਾਨ ਕਰ ਰਹੇ ਹੋ ਬੰਬੇ ਦੇ ਵਿੱਚ, ਤਾਂ ਓਬਵੀਅਸਲੀ ਤੁਹਾਨੂੰ ਪਹਿਲਾਂ ਜਾਣਾ ਪਏਗਾ। ਬਟ ਸਟਿਲ ਸਾਡੇ ਕੋਲ ਟਾਈਮ ਹੋ ਗਿਆ ਸੀ, ਸਾਰਾ ਕੁਝ ਕਲੀਅਰ ਹੋ ਗਿਆ ਸੀ। ਤੇ ਮਤਲਬ ਨੋਟ ਪ੍ਰੋਪਰਲੀ 2 days ਬਿਫੋਰ ਅਸੀਂ ਵੀ ਈਵਨਿੰਗ 'ਚ ਪਹੁੰਚੇ ਸੀਗੇ। ਮਤਲਬ 1 ਡੇ ਹੈਗਾ ਸੀ ਸਾਡੇ ਕੋਲ ਵਿੱਚ, ਜੋ ਮੈਂ ਚਾਹੁੰਦੀ ਸੀ ਕਿ ਐਟਲੀਸਟ ਕੁਛ ਵੀ ਅਗਰ ਪ੍ਰੈਪਰੇਸ਼ਨ ਰਹਿੰਦੀ ਆ ਜਾਂ ਕੁਛ ਵੀ ਆ, ਜਾਂ ਉੱਥੇ ਦਾ ਦੇਖਣਾ ਮਾਹੌਲ, ਖੁਦ ਨੂੰ ਮੈਂਟਲੀ ਪ੍ਰਪੇਅਰ ਕਰਨ ਦੀ। ਫਿਰ ਮੈਂ ਚੂਜ਼ ਕੀਤਾ ਸੀ ਕਿ ਐਟਲੀਸਟ ਮੇਰੇ ਕੋਲ 1 ਡੇ ਵਿੱਚ ਹੋਵੇ ਰਿਲੈਕਸ ਕਰਨ ਦੇ ਲਈ। ਰਾਈਟ। ਤੇ ਇਹਦੇ ਵਿੱਚ ਇੰਪੋਰਟੈਂਟ ਹੋਣਾ ਵਾ ਇੱਕ ਤੇ ਬੁਕਿੰਗ, ਚਲੋ ਫਲਾਈਟ ਦੀ ਆ, ਇੱਕ ਹੋਟਲ ਦੀ ਬੁਕਿੰਗ ਕਿ ਤੁਸੀਂ ਰੁਕਣਾ ਕਿੱਥੇ ਹੈਗਾ ਵਾ। ਤੇ ਜਦੋਂ ਤੁਸੀਂ ਉਹ ਕੰਸੀਡਰ ਕਰ ਰਹੇ ਹੋ ਕਿ ਕਿੱਥੇ ਰੁਕਣਾ ਵਾ, ਸਾਡੀ ਤੇ ਰეკਮੈਂਡੇਸ਼ਨ ਇਹੋ ਹੀ ਆ ਕਿ ਤੁਸੀਂ ਕਾਈਂਡ ਆਫ ਇੱਕ ਨੀਅਰੈਸਟ ਜਗ੍ਹਾ 'ਤੇ ਰੁਕੋ, ਕਿ ਠੀਕ ਆ ਜੇ ਇੰਟਰਵਿਊ ਵਾਲੇ ਟਾਈਮ ਇੱਕ ਤਾਂ ਤੁਹਾਡੀ ਐਂਗਜ਼ਾਇਟੀ ਘੱਟ ਹੋ ਜਾਂਦੀ ਆਲਵੇਜ਼ ਜਦੋਂ ਤੁਸੀਂ ਨੀਅਰ ਹੁੰਦੇ ਹੈਗੇ ਹੋ ਲੋਕੇਸ਼ਨ ਦੇ। ਤੇ ਉੱਥੇ ਕੁਛ ਹੋਟਲਸ ਹੈਗੇ ਆ, ਆਪਾਂ ਮੇਰੇ ਖਿਆਲ ਤੋਂ ਰੁਕੇ ਸੀ ਸੋਫੀਟਲ ਤੇ। ਸੋਫੀਟਲ ਹੋਟਲ ਆ, ਉਹ ਵੀ ਕਾਈਂਡ ਆਫ 0.15 ਕਿਲੋਮੀਟਰ ਹੀ ਹੈਗਾ ਵਾ, ਸਿਰਫ 5 ਮਿੰਟ ਦੇ ਵਾਕਿੰਗ ਡਿਸਟੈਂਸ ਤੇ ਹੀ ਹੈਗਾ ਵਾ। ਤੇ ਈਵਨ ਕਿ ਤੁਸੀਂ ਆਪਣੀ ਅਗਰ ਤੁਹਾਡਾ ਲੱਕੀਲੀ ਰੂਮ ਅਗਰ ਉਸ ਸਾਈਡ ਹੈਗਾ, ਤੁਸੀਂ ਆਪਣੇ ਵਿੰਡੋ ਤੋਂ ਦੇਖ ਸਕਦੇ ਹੋ ਕਿ ਇਹ ਐਮਬੈਸੀ ਹੈ। ਰਾਈਟ। ਜਿਹੜਾ ਆਲਵੇਜ਼ ਮਤਲਬ ਕਿ ਠੀਕ ਹੈ ਤੁਹਾਨੂੰ ਇੱਕ ਕੰਫਰਟਿੰਗ ਚੀਜ਼ ਲੱਗਦੀ ਆ। ਫਿਰ ਉਹਦੀ ਸਭ ਤੋਂ ਨੇੜੇ ਵਾਲਾ ਹੋਟਲ ਹੈਗਾ ਵਾ ਟਰਾਈਡੈਂਟ, ਜਿਹੜਾ ਕਾਈਂਡ ਆਫ ਉੱਥੋਂ ਆਲਮੋਸਟ ਲੋਕ ਕਈ ਵਾਰ ਪਿਕਚਰ ਵੀ ਖਿੱਚ ਰਹੇ ਹੁੰਦੇ ਆ, ਕਿ ਕਿਉਂਕਿ ਜਿਹੜੀ US ਕੌਂਸੂਲੇਟ ਆ ਉਹ ਕਾਈਂਡ ਆਫ ਇੱਕ ਕਾਰਨਰ ਤੇ ਹੈਗੀ ਆ। ਠੀਕ ਹੈ, ਤੁਸੀਂ ਮਤਲਬ ਪਰਲੇ ਕਾਰਨਰ ਤੇ ਜਿਸ ਤਰ੍ਹਾਂ ਟਰਾਈਡੈਂਟ ਹੋਟਲ ਹੈਗਾ ਵਾ, ਕਈਆਂ ਦਾ ਠੀਕ ਹੈ ਰੂਮ ਦੀ ਵਿੰਡੋ ਹੀ ਉੱਥੇ ਹੁੰਦੀ ਆ, ਤੇ ਤੁਸੀਂ ਵੇਖ ਸਕਦੇ ਹੋ ਕਿ ਵੀ ਕੀ ਹੋਇਆ 1 ਦਿਨ ਪਹਿਲੇ। ਠੀਕ ਹੈ, ਦੋਨੋਂ ਹੀ ਨੇੜੇ ਹੀ ਆ ਹੋਟਲ, ਥੋੜਾ ਹੀ ਡਿਸਟੈਂਸ ਤੇ, ਕਿ ਜਿਵੇਂ ਸਟਰੀਟ ਦੇ ਇੱਕ ਕਾਰਨਰ ਤੇ ਆ, ਦੂਜਾ ਸਟਰੀਟ ਦੇ ਦੂਜੇ ਕਾਰਨਰ ਤੇ ਆ। ਦੋਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਹੋ ਤੁਸੀਂ। ਬੈਟਰ ਆਪਸ਼ਨ ਉਹੀ ਰਹੇਗਾ ਕਿ ਨੇੜੇ ਵਾਲਾ ਰੱਖੋ, ਸੇਮ ਡੇ ਟਰੈਵਲ ਕਰਨ ਦਾ ਪਲਾਨ ਨਾ ਰੱਖੋ। ਰੀਜ਼ਨ ਕਿਉਂਕਿ ਜਿਹੜੀਆਂ ਅਪਾਇੰਟਮੈਂਟਸ ਹੁੰਦੀਆਂ ਨੇ ਇੰਟਰਵਿਊ ਦੀਆਂ, ਉਹ ਸਵੇਰ ਦੇ ਟਾਈਮ ਹੀ ਹੁੰਦੀਆਂ ਨੇ। ਸਲੋਟ ਜੋ ਹੁੰਦਾ ਵਾ, ਮਤਲਬ 12 ਵਜੇ ਤੱਕ ਉਹ ਇੰਟਰਵਿਊਜ਼ ਤੁਹਾਡੀਆਂ ਸਲੋਟ ਖਤਮ ਹੋ ਗਿਆ। ਹਾਂ, ਸਲੋਟ ਖਤਮ, ਫਿਰ ਬਾਕੀ ਫਿਰ ਤੁਹਾਡਾ ਉਹ ਹੀ ਰਹਿ ਗਿਆ ਹੈਗਾ ਵਾ ਕਿ ਠੀਕ ਹੈ ਮੇਨ ਤੁਸੀਂ ਬਾਹਰ ਆ ਗਏ। ਕਿਉਂ ਕਹਿ ਰਹੇ ਆ ਨੇੜੇ ਰੱਖੋ? ਬਿਕੋਜ਼ ਬੰਬੇ ਦੇ ਵਿੱਚ ਬਹੁਤ ਟ੍ਰੈਫਿਕ ਹੁੰਦੀ ਆ, 10 ਮਿੰਟ ਦਾ ਰਸਤਾ ਵੀ ਕਵਰ ਕਰਨ ਦੇ ਵਿੱਚ ਘੰਟਾ 1.5 ਘੰਟਾ ਲੱਗ ਜਾਂਦਾ। ਤੇ ਇਹ ਵੀ ਇੱਕ ਕੰਸੀਡਰੇਸ਼ਨ ਆਪਣੀ ਰੱਖਿਓ। ਤੇ ਹੋਟਲ ਦੀ ਬੁਕਿੰਗ ਪ੍ਰੈਫਰੇਬਲੀ ਕਿ ਨੇੜੇ ਹੀ ਰੱਖਿਓ। ਜਿਹੜਾ ਉਹ ਏਰੀਆ ਹੈਗਾ ਵਾ, ਠੀਕ ਹੈ ਕਾਫੀ ਵਧੀਆ ਏਰੀਆ ਵਾ ਮੇਨ, ਪਰ ਸਟਿਲ ਟ੍ਰੈਫਿਕ ਬੰਬੇ ਦੇ ਕੋਈ ਵੀ ਏਰੀਆ 'ਚ ਹੁੰਦੀ ਹੈਗੀ ਆ। ਤੇ ਪਹਿਲੀ ਵਾਰ ਜਾ ਰਹੇ ਹੋ ਤੇ ਸਾਡੀ ਰეკਮੈਂਡੇਸ਼ਨ ਇਹੋ ਹੀ ਆ ਕਿ ਨੇੜੇ ਰੱਖਿਓ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ। ਤੁਹਾਡੀ ਚਲੋ 에ਅਰ ਫਲਾਈਟ ਦੀ ਬੁਕਿੰਗ ਹੋ ਗਈ ਪ੍ਰੋਪਰ, ਤੁਹਾਡੀ ਹੋਟਲ ਦੀ ਬੁਕਿੰਗ ਹੋ ਗਈ। ਤੇ ਫਿਰ ਤੀਜੀ ਚੀਜ਼ ਹੈਗੀ ਆ ਕਿ ਠੀਕ ਹੈ ਤੁਹਾਡੇ ਕੋਲ ਸਮਝ ਲਓ ਤੁਸੀਂ 2 ਦਿਨ ਪਹਿਲੇ ਪਹੁੰਚ ਗਏ ਉੱਥੇ, ਤੇ ਤੁਹਾਡੇ ਕੋਲ ਆ ਟਾਈਮ ਪਿਆ ਵਾ, ਤੇ ਇਹ 'ਚ ਕੀ ਕੀਤਾ ਜਾਵੇ, ਮਤਲਬ ਕਿਸ ਤਰ੍ਹਾਂ ਇਹ ਟਾਈਮ ਦਾ ਵਧੀਆ ਯੂਜ਼ ਕੀਤਾ ਜਾਵੇ। ਤੇ ਸਪੈਸ਼ਲੀ ਜਦੋਂ ਤੁਸੀਂ ਪਹਿਲੇ ਆਓਗੇ ਕਿ ਠੀਕ ਹੈ ਤੁਸੀਂ 에ਅਰਪੋਰਟ 'ਤੇ ਲੈਂਡ ਕੀਤਾ, ਅਰਾਈਵ ਹੋਏ ਹੋ ਮੁੰਬਈ ਡੋਮੈਸਟਿਕ 에ਅਰਪੋਰਟ 'ਤੇ, ਮੋਸਟਲੀ ਡੋਮੈਸਟਿਕ 'ਤੇ ਤੁਹਾਡੀ ਫਲਾਈਟਾਂ ਜਾਣੀਆਂ। ਤੇ ਠੀਕ ਆ, ਉੱਥੇ ਤੁਸੀਂ ਅਰਾਈਵ ਹੋਏ ਹੋ, ਓਬਵੀਅਸਲੀ ਪਹਿਲੇ ਤੁਸੀਂ ਮੇਰੇ ਖਿਆਲ ਤੋਂ ਚੀਪੈਸਟ ਆਪਸ਼ਨ ਬੰਬੇ 'ਚ ਵੀ ਹੈਗੀ ਆ ਊਬਰ ਤੇ ਓਲਾ।
ਤੇ ਇਹੋ ਹੀ ਚੀਪੈਸਟ ਬਾਕੀ ਆਪਸ਼ਨ। ਟੈਕਸਿਸ ਵਗੈਰਾ ਦੇ ਰੇਟ ਜਿਹੜੇ ਹੈਗੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ, ਸਪੈਸ਼ਲੀ ਤੁਸੀਂ ਮੈਂਸ਼ਨ ਕਰਦੇ ਹੋ ਨਾ ਕਿ ਉਸ ਏਰੀਆ ਦੇ ਵਿੱਚ ਜਾਣਾ, ਉਹਨਾਂ ਨੂੰ ਪਤਾ ਹੁੰਦਾ, ਜਾਂ ਤੁਸੀਂ ਮੈਂਸ਼ਨ ਕਰਦੇ ਹੋ ਟ੍ਰਾਈਡੈਂਟ ਹੋਟਲ ਦੇ ਵਿੱਚ ਜਾਣਾ ਜਾਂ ਸੌਫਟੇਲ ਦੇ ਵਿੱਚ ਜਾਣਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਐਮਬੈਸੀ ਦੇ ਵਰਕ ਤੋਂ ਆਏ ਆ। ਐਂਡ ਠੀਕ ਆ, ਤੁਹਾਡਾ ਬਿਹੇਵੀਅਰ ਜਾਂ ਨਾਰਮਲੀ ਲੈਂਗੁਏਜ ਦਾ ਫਰਕ ਹੁੰਦਾ ਹੈ ਨਾ, ਤੁਸੀਂ ਕਿਤੇ ਮੂਵ ਕਰ ਰਹੇ ਹੋ। ਅਗਲੇ ਕਿਉਂਕਿ ਰੋਜ਼ ਦਾ ਉਹਨਾਂ ਦਾ ਕੰਮ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਬਾਹਰੋਂ ਆਇਆ, ਇਹਨਾਂ ਨੂੰ ਰੇਟ ਨਹੀਂ ਪਤਾ ਇੱਥੇ ਦੇ, ਰਾਈਟ, ਤੇ ਉਹਨਾਂ ਦੇ ਰੇਟ ਡਬਲ ਟ੍ਰਿਪਲ ਹੁੰਦੇ ਆ ਨਾਰਮਲ ਉਬਰ ਓਲਾ ਨਾਲੋਂ। ਬੈਟਰ ਆਪਸ਼ਨ ਉਹੀ ਆ, ਉਬਰ ਓਲਾ ਵੀ ਸੇਫ ਹੁੰਦੀ ਆ, ਠੀਕ ਆ, ਤੇ ਤੁਸੀਂ ਉਹਨੂੰ ਕਰ ਲਓ ਰਾਈਟ ਇਨਸਟੈਡ ਆਫ ਟੈਕਸੀ। ਤੇ ਸਪੈਸ਼ਲੀ ਅੱਜ ਕੱਲ GPS ਆਪਣੇ ਕੋਲ ਹੈਗੇ ਆ, ਜੇ ਤੁਸੀਂ ਕਿੱਥੇ ਚਲੋ ਜਾਣਾ ਵੀ ਆ ਇੱਧਰ ਉੱਧਰ ਤੇ ਤੁਹਾਨੂੰ ਆਲਰੇਡੀ ਲੋਕੇਸ਼ਨਸ ਪਤਾ ਵਾ, ਤੁਸੀਂ ਉਹ ਆਪਣੇ ਐਪ ਜਿਹੜੀ ਠੀਕ ਹੈ ਮੇਨ ਰਾਈਡ ਸ਼ੇਅਰਿੰਗ ਐਪ ਹੈਗੀ ਉਹ 'ਚ ਤੁਸੀਂ ਪਾ ਸਕਦੇ ਹੋ, ਤੇ ਵਧੀਆ ਦੇ ਆਪਸ਼ਨ ਉਹੋ ਹੀ ਹੋਣੀ ਹੈਗੀ ਆ, ਠੀਕ ਆ। ਤੁਸੀਂ ਮੇਨ ਉਹ 'ਚ ਕੈਰੀ ਕਰਕੇ ਪਹੁੰਚ ਗਏ ਤੁਸੀਂ ਆਪਣੇ ਹੋਟਲ, ਤੇ ਤੁਸੀਂ ਸੋਚ ਰਹੇ ਹੋਗੇ ਕਿ ਹੁਣ ਨੈਕਸਟ ਕੀ ਕਰੀਏ ਮੇਨ 1-2 ਦਿਨ ਦੇ ਵਿੱਚ। ਤੇ ਜੋ ਸਾਡੀ ਰეკਮੈਂਡੇਸ਼ਨ ਆ ਜੋ ਅਸੀਂ ਕੀਤਾ ਸੀ, ਠੀਕ ਹੈ, ਜਿਵੇਂ ਕਿਹਾ ਜਾਂਦਾ ਨਾ ਐਗਜ਼ਾਮ ਤੋਂ ਪਹਿਲਾਂ ਰਿਲੈਕਸ ਕਰੋ, ਸੇਮ ਉਹੀ ਚੀਜ਼ ਕਿ ਇੰਟਰਵਿਊ ਤੋਂ ਪਹਿਲਾਂ ਸਟ੍ਰੈਸ ਨਾ ਕਰੀ ਜਾਓ ਕਿ ਮੈਂ ਡਾਕੂਮੈਂਟਸ ਦੁਬਾਰਾ ਚੈੱਕ ਕਰ ਲਾਂ, ਠੀਕ ਹੈ, ਆਪਣਾ ਇੱਕ ਵਾਰੀ ਰਿਵਿਊ ਕਰਕੇ ਉਹਨੂੰ ਛੱਡ ਦਿਓ, ਬਿਕੋਜ਼ ਤੁਹਾਡਾ ਉੱਥੇ ਇੰਟਰਵਿਊ ਦੇ ਵਿੱਚ ਨੈਚੁਰਲ ਹੋਣਾ ਬਹੁਤ ਜ਼ਰੂਰੀ ਆ। ਰਾਈਟ, ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ, ਕਿਉਂਕਿ ਤੁਸੀਂ ਇੱਕ ਸਟ੍ਰੇਂਜਰ ਨੂੰ ਆਪਣੀ ਸਟੋਰੀ ਦੱਸ ਰਹੇ ਹੋ, ਤੇ ਕੋਈ ਸਟ੍ਰੇਂਜਰ ਉਹ ਸਟੋਰੀ ਨੂੰ ਫੇਰ ਹੀ ਬਿਲੀਵ ਕਰਦਾ ਕਿ ਉਹ ਕਾਈਂਡ ਆਫ ਇੱਕ ਨੈਚੁਰਲੀ ਫਲੋ ਹੋ ਰਿਹਾ ਹੋਵੇ ਬੇਸਡ ਔਨ ਤੁਹਾਡੀ ਪਰਸਨੈਲਿਟੀ। ਇਸ ਤਰ੍ਹਾਂ ਨਾ ਲੱਗੇ ਕਿ ਰੱਟੇ ਮਾਰ ਕੇ ਗਏ ਹੋਏ, ਰੱਟੇ ਮਾਰ ਕੇ ਕੋਈ ਲੋੜ ਨਹੀਂ, ਠੀਕ ਹੈ, ਤੁਹਾਡੀ ਚੀਜ਼ ਜੈਨੂਇਨ ਹੈਗੀ ਆ, ਠੀਕ ਹੈ। ਬੇਸਿਕਲੀ ਤੁਸੀਂ ਇੱਕ ਥਰਡ ਪਰਸਨ ਦੇ ਨਾਲ ਆਪਣੀ ਸਟੋਰੀ ਦੱਸ ਰਹੇ ਹੋ ਕਿ ਤੁਸੀਂ ਸਮਝ ਲਓ ਤੁਹਾਡਾ ਸਪਾਊਸ ਵੀਜ਼ਾ, ਤੁਸੀਂ ਦੋਵੇਂ ਕਿਸ ਤਰ੍ਹਾਂ ਮਿਲੇ ਹੈਗੇ ਹੋ, ਤੇ ਠੀਕ ਆ, ਮੇਨ ਉਹ ਤੁਸੀਂ ਬੇਸਿਕਲੀ ਦੱਸਣਾ ਹੈਗਾ ਵਾ, ਤੇ ਠੀਕ ਹੈ, ਵੈਰੀ ਨੈਚੁਰਲ ਵੇ ਦੇ ਨਾਲ ਤੁਸੀਂ ਕਈਆਂ ਨੂੰ ਦੱਸਿਆ ਹੋਣਾ ਹੁਣ ਤੱਕ, ਠੀਕ ਹੈ, ਉਹਨਾਂ ਨੂੰ ਇੱਕ ਐਡੀਸ਼ਨਲ ਬੰਦਾ ਐਡ ਹੋ ਗਿਆ, ਉਹਨਾਂ ਨੂੰ ਦੱਸ ਦਿਓ, ਤੇ ਠੀਕ ਆ। ਤੁਸੀਂ ਆਪਣੇ ਡਾਕੂਮੈਂਟਸ ਮਤਲਬ ਰਿਵਿਊ ਕਰ ਸਕਦੇ ਹੋ ਉਹ ਟਾਈਮ ਫਰੇਮ ਦੇ ਵਿੱਚ ਕਿ ਤੁਸੀਂ ਵੇਟ ਕਰ ਰਹੇ ਹੋ ਕਿ ਤੁਹਾਡੇ ਇੰਟਰਵਿਊ ਕਰ ਲਾ, ਫਿਰ ਠੀਕ ਹੈ, ਡਾਕੂਮੈਂਟਸ ਆਪਣੇ ਰਿਵਿਊ ਕਰ ਲਓ, ਕਿਉਂਕਿ ਜਿਹੜੀ ਤੁਸੀਂ ਫਾਈਲ ਲੈ ਕੇ ਗਏ ਹੋ ਲੰਬੀ ਚੌੜੀ, ਉਹ 'ਚ ਵੇਖ ਲਓ ਕਿਹੜੇ ਤੁਸੀਂ ਡਾਕੂਮੈਂਟਸ ਇੱਕ ਵਾਰ ਕਿ ਤੁਸੀਂ ਕਿਹੜੇ ਸੈਕਸ਼ਨ 'ਚ ਪਾਏ ਆ, ਕਿ ਸਮਝ ਲਓ ਤੁਹਾਨੂੰ ਕਿਹਾ ਜਾਵੇ ਕਿ ਲਿਆਓ ਜੀ ਤੁਹਾਡਾ ਬਰਥ ਸਰਟੀਫਿਕੇਟ, ਲਿਆਓ ਜੀ ਤੁਹਾਡੇ ਐਫੀਡੇਵਿਟ ਆਫ ਸਪੋਰਟ ਦੇ ਡਾਕੂਮੈਂਟਸ, ਫਿਰ ਠੀਕ ਆ, ਤੁਹਾਨੂੰ ਪਤਾ ਹੋਵੇ ਕਿ ਅੱਛਾ ਸਭ ਤੋਂ ਐਂਡ ਵਾਲੇ ਕਾਈਂਡ ਆਫ ਸੈਕਸ਼ਨ 'ਚ ਮੈਂ ਪਾਏ ਹੈਗੇ ਆ ਤੇ ਮੈਂ ਕੱਢ ਕੇ ਦੇ ਸਕਦਾ ਹਾਂ, ਕਿ ਕਾਈਂਡ ਆਫ ਉਹ ਡਾਕੂਮੈਂਟ ਥਰੂ ਗੋ ਥਰੂ ਹੋ ਜਾਓ। ਫਿਰ ਜੇ ਤੁਹਾਡੇ ਪਟੀਸ਼ਨਰ ਦੇ ਨਾਲ ਤੁਹਾਨੂੰ ਕੋਈ ਕੁਐਸਚਨ ਹੈਗੇ ਆ, ਠੀਕ ਹੈ, ਉਹ ਕਲੀਅਰ ਅਪ ਤੁਸੀਂ ਕਰ ਸਕਦੇ ਹੋ। ਨਾਰਮਲ ਅਸੀਂ ਸ਼ਾਇਦ ਪਿਛਲੇ ਵੀਡੀਓ 'ਚ ਵੀ ਦੱਸਿਆ ਸੀ ਕਿ ਨਾਰਮਲ ਇੱਕ ਸੈਕਸ਼ਨਲ ਫਾਈਲਸ ਆਉਂਦੀਆਂ ਉਹ ਲੈ ਲਓ। ਮੈਂ ਕੀ ਕੀਤਾ ਸੀਗਾ ਕਿ ਫਾਈਲਸ ਦੇ ਵਿੱਚ ਅਲੱਗ-ਅਲੱਗ ਡਾਕੂਮੈਂਟਸ ਪਾ ਕੇ ਉੱਥੇ ਨਾਰਮਲ ਆਪਣੇ ਕੋਲ ਜਿਹੜੇ ਚਿਟਸ ਆਉਂਦੀਆਂ ਨੇ ਹਨਾ, ਸਟਿਕਰਸ ਹੁੰਦੇ ਨੇ, ਉੱਤੇ ਲਿਖ ਕੇ ਲਗਾਤਾ ਸੀ ਉੱਪਰ ਕਿ ਇੱਥੇ ਆਹ ਵਾਲਾ ਡਾਕੂਮੈਂਟ ਪਿਆ, ਇੱਥੇ ਆਹ ਵਾਲਾ ਡਾਕੂਮੈਂਟ ਰੱਖਿਆ, ਠੀਕ ਹੈ, ਤੁਹਾਨੂੰ ਵੀ ਯਾਦ ਰਹੂਗਾ ਤੇ ਮੇਨ ਤੁਸੀਂ ਪਜ਼ਲ ਨਹੀਂ ਹੋਵੋਗੇ ਉੱਥੇ। ਯਾਦ ਉੱਥੇ ਕੁਝ ਨਹੀਂ ਦਿੰਦਾ ਹੁੰਦਾ, ਬਿਕੋਜ਼ ਬੰਦਾ ਨਰਵਸ ਹੁੰਦਾ ਕਾਫੀ ਜ਼ਿਆਦਾ। ਤੇ ਇਹ ਤੇ ਹੋ ਗਈ ਡਾਕੂਮੈਂਟਸ ਦੀ ਗੱਲ, ਠੀਕ ਹੈ, ਨਾਰਮਲ ਰਿਵਿਊ ਕਰ ਸਕਦੇ ਹੋ ਤੁਸੀਂ, ਓਬਵੀਅਸਲੀ ਉਹ 'ਚ ਕੋਈ ਮਾੜੀ ਗੱਲ ਨਹੀਂ ਆ, ਪਰ ਵਧੀਆ ਗੱਲ ਮੇਰੇ ਖਿਆਲ ਇਹੋ ਹੀ ਹੋਊਗੀ, ਜ਼ਿਆਦਾ ਉਹ 'ਚ ਟੋਟਲੀ ਸਾਰਾ ਸਟ੍ਰੈਸ ਲੈ ਕੇ ਉਹੋ ਹੀ ਟਾਈਮ ਤੁਸੀਂ ਜਿਸ ਤਰ੍ਹਾਂ ਉਹ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਬਸ ਜੀ, ਕਿਉਂਕਿ ਠੀਕ ਆ ਮੇਨ ਐਗਜ਼ਾਮ ਉਹ ਕੁਛ ਵੀ ਨਹੀਂ, ਡਾਕੂਮੈਂਟਸ ਤੁਹਾਡੇ ਕੋਲ ਰੈਡੀ ਆ, ਤੁਸੀਂ ਕਨਵੇ ਕਰਨਾ ਵਾ ਇਨਫੋਰਮੇਸ਼ਨ ਆਪਣੇ ਵੱਲੋਂ, ਜਿਹੜੀ ਓਬਵੀਅਸਲੀ ਤੁਹਾਡੀ ਬਾਈ ਨੇਚਰ ਹੀ ਆਊਗੀ, ਤੁਹਾਡਾ ਰਿਲੇਸ਼ਨਸ਼ਿਪ ਕੁਐਸਚਨਸ ਪੁੱਛਣੇ ਆ, ਤੁਸੀਂ ਉਹਦੇ ਜੋ ਸੱਚ ਆਨਸਰ ਆ ਉਹ ਦੇ ਦੇਣੇ ਆ, ਤੇ ਹਾਂ ਉਹ ਵੀ ਮਤਲਬ ਨੈਕਸਟ ਫਿਊ ਵੀਡੀਓਜ਼ 'ਚ ਜਦੋਂ ਆਪਾਂ ਕਵਰ ਕਰਾਂਗੇ ਕਿ ਐਕਚੁਅਲ ਅੰਦਰ ਇੰਟਰਵਿਊ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈਗਾ, ਤੁਹਾਡਾ ਕੀ ਐਕਸਪੀਰੀਅੰਸ ਹੋਇਆ ਵਾ, ਤੇ ਪਰ ਮੇਰੇ ਖਿਆਲ ਤੋਂ ਪ੍ਰੈਪਰੇਸ਼ਨ ਇਨਫ ਆ, ਰਿਵਿਊ ਕਰ ਲਿਆ ਤੁਸੀਂ, ਠੀਕ ਆ, ਹੁਣ ਰਿਲੈਕਸ ਕਰੋ, ਘੁੰਮਣ ਚੱਲ ਜਾਓ ਬਾਹਰ, ਤੁਸੀਂ ਓਬਵੀਅਸਲੀ ਮੇਕ ਸ਼ੋਰ ਕਰੋ ਕਿ ਤੁਸੀਂ ਇੰਨਾ ਵੀ ਨਾ ਦੂਰ ਚੱਲ ਜਾਓ ਜਾਂ ਇੰਨੀ ਵੀ ਮਤਲਬ ਕਿ ਤੁਸੀਂ ਐਕਟੀਵਿਟੀ ਨਾ ਕਰੋ ਕਿ ਕੱਲ ਨੂੰ ਤੁਸੀਂ ਇੰਟਰਵਿਊ ਤੇ ਨਾ ਜਾ ਪਾਓ, ਇੱਕ ਚੰਗੇ ਪ੍ਰੋਪਰਲੀ ਸਟੇਬਲ ਵੀ ਫਿਜ਼ੀਕਲੀ ਸਟ੍ਰੇਨ ਨਾ ਹੋਵੋ, ਠੀਕ ਆ, ਬਟ ਖੁਦ ਨੂੰ ਰਿਲੈਕਸ ਕਰਨ ਦੇ ਲਈ ਆਪਣੇ ਕੋਈ 1-2 ਲੋਕੇਸ਼ਨਸ ਦੇਖ ਲਓ ਜੋ ਤੁਸੀਂ, ਕਿਉਂਕਿ ਫਸਟ ਟਾਈਮ ਓਬਵੀਅਸਲੀ ਮੋਸਟਲੀ ਲੋਕੀ ਵਿਜ਼ਿਟ ਕਰ ਰਹੇ ਹੁੰਦੇ ਆ, ਆਪਣਾ ਠੀਕ ਆ ਥੋੜਾ ਬਹੁਤ ਘੁੰਮਣ ਦਾ ਪਲਾਨ ਬਣਾ ਲਓ। ਮੈਂ ਸਭ ਤੋਂ ਪਹਿਲਾਂ ਇੱਥੇ ਘੁੰਮਣ ਗਈ ਸੀ, ਮੈਂ ਐਮਬੈਸੀ ਘੁੰਮਣ ਗਈ ਸੀ। ਲੈ ਲਓ, ਹਾਂ ਇਹ ਵੀ ਚੀਜ਼ ਸਭ ਤੋਂ ਵਧੀਆ ਚੀਜ਼, ਕਿਉਂਕਿ ਮੰਨ ਲਓ ਹੁਣ ਮੇਰੀ ਕੱਲ ਇੰਟਰਵਿਊ ਆ, ਚਲੋ ਇਨਸਾਈਡ ਤੇ ਅਲਾਉਡ ਨਹੀਂ ਹੁੰਦਾ ਹੈਗਾ ਬਾਹਰੋਂ, ਬਟ ਬਾਹਰੋਂ ਇੱਕ ਤਾਂ ਤੁਹਾਨੂੰ ਵਿਊ ਮਿਲ ਜਾਂਦਾ ਕਿ ਅੱਛਾ ਮੈਨੂੰ ਹੋਟਲ ਤੋਂ ਕਿੰਨਾ ਟਾਈਮ ਲੱਗ ਰਿਹਾ ਵਾ, ਉੱਥੇ ਦਾ ਇੱਕ ਏਰੀਆ ਤੁਸੀਂ ਦੇਖਿਆ ਹੁੰਦਾ, ਥੋੜਾ ਫੈਮਿਲੀਅਰ ਖੁਦ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਸਟ੍ਰੈਸ ਐਂਜ਼ਾਈਟੀ ਘੱਟ ਹੁੰਦੀ ਹੈ ਕਿਉਂਕਿ ਤੁਸੀਂ ਇੱਕ ਜਗ੍ਹਾ ਦੇਖ ਲਈ, ਅੱਛਾ ਆਹ ਹੈਗੀ ਆ, ਤੁਸੀਂ ਕਾਈਂਡ ਆਫ ਆਪਣੇ ਆਪ ਨੂੰ ਇਮੇਜਿਨ ਕਰ ਸਕਦੇ ਹੋ ਕਿ ਮੈਂ ਡਾਕੂਮੈਂਟ ਲੈ ਕੇ ਇੱਥੇ ਖਲੋਤਾ ਜਾਂ ਮੈਂ ਖਲੋਤੀ ਹੈਗੀ ਆ ਆਹ ਜਗ੍ਹਾ ਤੇ ਠੀਕ ਹੈ, ਫਿਰ ਤੁਹਾਨੂੰ ਉਹ ਚੀਜ਼ ਘੱਟੋ ਘੱਟ ਆਊਟਸਾਈਡ ਵਾਲੀ ਤੁਹਾਨੂੰ ਸੈਂਸ ਲੱਗ ਜਾਂਦੀ ਹੈ। ਕਰ ਰਹੇ ਹੁੰਦੇ ਜਿਵੇਂ ਬਾਇਓਮੈਟ੍ਰਿਕਸ ਦੇ ਵਿੱਚ ਹੁੰਦਾ ਦਿੱਲੀ ਹੈ ਜਿੱਥੇ ਤੁਸੀਂ ਕਰ ਰਹੇ ਹੋ ਕਿ ਠੀਕ ਆ ਐਮਬੈਸੀ ਤੋਂ ਬਹੁਤ ਦੂਰ ਤੁਹਾਨੂੰ ਖੜੇ ਕੀਤਾ ਜਾਣਾ ਵਾ, ਠੀਕ ਹੈ, ਮਤਲਬ ਬਿਲਕੁਲ ਰੋਡ ਕ੍ਰੋਸ ਦੂਜੀ ਸਾਈਡ, ਤੁਸੀਂ ਉੱਥੇ ਕੋਈ ਫੋਟੋ ਨਹੀਂ ਖਿੱਚ ਸਕਦੇ, ਅਲਾਉਡ ਨਹੀਂ ਹੁੰਦਾ,
ਰਾਈਟ ਤੇ ਕੈਮਰਾ ਤਾਂ ਅਵੋਇਡ ਹੀ ਕਰਿਓ ਹਾਂ ਈਵਨ ਕਿ ਉਧਰਲੇ ਪਾਸੇ ਫੋਨ ਤੇ ਗੱਲ ਕਰਨਾ ਇਹ ਵੀ ਅਸੀਂ ਮੇਨ ਮਤਲਬ ਜਦੋਂ ਆਪਾਂ ਗੱਲਾਂ ਕਰਾਂਗੇ ਕਿ ਇੰਟਰਵਿਊ ਦੇ ਕਿਸ ਤਰ੍ਹਾਂ ਮੇਨ এনवायरमेंट ਇਹ ਵੀ ਇੰਪੋਰਟੈਂਟ ਚੀਜ਼ ਹੈਗੀ ਆ ਜਿਹੜੀ ਧਿਆਨ 'ਚ ਰੱਖਣ ਵਾਲੀ। ਤੇ ਇੱਕ ਚੀਜ਼ ਹੈਗੀ ਆ ਕਿ ਠੀਕ ਆ ਜੇ ਤੁਸੀਂ ਘੁੰਮਣ ਜਾ ਵੀ ਰਹੇ ਹੋ ਓਬਵੀਅਸਲੀ ਮੁੰਬਈ ਦੇ ਵਿੱਚ ਟ੍ਰੈਫਿਕ ਬਹੁਤ ਹੁੰਦੀ ਹੈਗੀ ਆ, ਕੋਈ ਵੀ ਏਰੀਆ ਲੈ ਲਓ। ਹੁਣ ਮੇਰੇ ਖਿਆਲ ਤੋਂ ਜੇ ਤੁਸੀਂ ਜੂਹੂ ਬੀਚ ਸੋਚਣਾ ਕਿ ਜਿਹੜਾ ਚਲੋ ਸਭ ਤੋਂ ਨੀਅਰੈਸਟ ਬੀਚ ਉਹੋ ਹੀ ਪੈਣਾ ਵਾ ਤੁਹਾਨੂੰ, ਜੂਹੂ ਬੀਚ ਸੋਚ ਰਹੇ ਹੋ ਠੀਕ ਹੈ ਅੱਧਾ ਘੰਟਾ 45 ਮਿੰਟਸ ਤੁਹਾਨੂੰ ਲੱਗ ਜਾਣੇ ਹੈਗੇ ਆ ਜਾਂਦੇ ਜਾਂਦੇ, ਹੈਗਾ ਬਹੁਤ ਹੀ ਨੇੜੇ ਆ ਉਤਨਾ ਪਰ ਸਟਿਲ ਟ੍ਰੈਫਿਕ ਇੰਨੀ ਜ਼ਿਆਦਾ ਹੁੰਦੀ ਆ। ਤੇ ਉਹ ਇੱਕ ਜਗ੍ਹਾ ਹੈਗੀ ਆ, ਆਪਾਂ ਮੇਰੇ ਖਿਆਲ ਤੋਂ ਜੂਹੂ ਬੀਚ ਹੀ ਗਏ ਸੀ, ਫਿਰ ਮਾਰਕੀਟਸ ਗਏ ਸੀ ਅਸੀਂ ਨੇੜੇ ਵਾਲੀਆਂ, ਬਾਂਦਰਾ ਕੁਰਲਾ ਮਾਰਕੀਟ ਰੈਸਟੋਰੈਂਟਸ ਦੇਖ ਲਓ ਕਿ ਜਿਹੜਾ ਕੀ ਫੂਡ ਤੁਸੀਂ ਖਾਣਾ ਚਾਹੁੰਦੇ ਹੋ, ਕੀ ਪ੍ਰੈਫਰੈਂਸ ਹੈ ਤੁਹਾਡੀ, ਉਹਦੇ ਅਕੋਰਡਿੰਗ ਆਪਣੇ ਨੇੜੇ ਨੇੜੇ ਜਿਹੜੇ ਰੈਸਟੋਰੈਂਟਸ ਵਗੈਰਾ ਵਾ ਉਹ ਦੇਖ ਲਓ। ਰਾਈਟ, ਤੇ ਇਹ ਸਾਰੀਆਂ ਚੀਜ਼ਾਂ ਲਈ ਤੁਸੀਂ ਆਪਣੇ GPS 'ਚ ਆਲਰੇਡੀ ਫਾਈਂਡ ਆਊਟ ਕਰ ਸਕਦੇ ਹੋ ਤੁਹਾਨੂੰ ਈਵਨ ਬਿਫੋਰ ਬੰਬੇ ਜਾਣ ਤੋਂ ਪਹਿਲਾਂ। ਰਾਈਟ, ਕਿ ਮੇਨ ਕਿਉਂਕਿ ਅਵੇਲੇਬਲ ਇੰਟਰਨੈਟ ਤੇ ਇਨਫੋਰਮੇਸ਼ਨ ਗੂਗਲ ਤੋਂ ਹੀ ਕਰ ਸਕਦੇ ਹੋ, ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਣੀ ਹੈ। ਆਪਣਾ ਤੁਸੀਂ ਟ੍ਰਿਪ ਜਿਹੜਾ ਹੈਗਾ ਥੋੜਾ ਪਹਿਲਾਂ ਹੀ ਪਲਾਨ ਕਰ ਲਓ ਤਾਂ ਐਂਜ਼ਾਈਟੀ ਬੰਦਾ ਨੂੰ ਘੱਟ ਹੁੰਦੀ ਆ। ਰਾਈਟ, ਤੇ ਮੇਨ ਇੰਪੋਰਟੈਂਟ ਇਹੋ ਹੀ ਆ ਕਿ ਧਿਆਨ ਰੱਖਿਓ ਤੁਹਾਡਾ ਇੰਟਰਵਿਊ ਹੈਗਾ ਵਾ ਨਾ ਕਿ ਉਹ 'ਚ ਗੁੰਮ ਹੋ ਜਾਓ ਕਿ ਠੀਕ ਹੈ ਜੇ ਕਿਸੇ ਨੂੰ ਪੀਣ ਦੀ ਆਦਤ ਹੈਗੀ ਇੰਨਾ ਵੀ ਨਾ ਪੀ ਲਿਓਗੇ ਕਿ ਸਮਝ ਲਓ ਕੋਈ ਮੇਲ ਮਤਲਬ ਹੈਗਾ ਵਾ, ਤੁਸੀਂ ਇੰਨਾ ਵੀ ਨਾ ਪਹਿਲੇ ਇੰਜੋਏ ਕਰਨ ਦਾ ਤੁਹਾਨੂੰ ਟਾਈਮ ਮਿਲਣਾ ਹੈਗਾ ਓਬਵੀਅਸਲੀ ਆਫਟਰ ਇੰਟਰਵਿਊ। ਤੇ ਸਮਝ ਲਓ ਤੁਹਾਡੀ ਠੀਕ ਹੈ ਮੇਨ ਇੰਟਰਵਿਊ ਦੀ ਸ਼ਾਮ ਹੈਗੀ ਆ ਤੇ ਚਲੋ ਲਾਈਟਲੀ ਥੋੜ੍ਹਾ ਜਿਹਾ ਤੁਸੀਂ ਜਾ ਸਕਦੇ ਹੋ, ਤੇ ਇੱਕ ਛੇਤੀ ਤੁਸੀਂ ਸੌਂ ਜਿਓ ਮੇਨ ਇੱਕ ਦਿਨ ਪਹਿਲੇ, ਸਟ੍ਰੈਸ ਜ਼ਿਆਦਾ ਨਾ ਲਿਓ, ਫਿਰ ਡਾਕੂਮੈਂਟ ਖੋਲ੍ਹ ਕੇ ਨਾ ਬਹਿ ਜਿਓ ਸਾਰਾ ਕੁਝ ਕਿ ਯਾਰ ਇਹ ਕੀ ਹੈਗਾ ਵਾ। ਠੀਕ ਹੈ, ਇੱਕ ਵਾਰ ਤੁਸੀਂ ਦਿਨੇ ਤੁਸੀਂ ਗੋ ਥਰੂ ਹੋ ਚੁੱਕੇ ਹੋ ਤੇ ਬਸ ਆਪਣਾ ਜਾ ਕੇ ਆਰਾਮ ਨਾਲ ਸੌਂ ਜਿਓ ਟਾਈਮ ਸਿਰ। ਐਗਜ਼ਾਮ ਦੀ ਤਰ੍ਹਾਂ ਨਾ ਲਿਓ ਕਿ ਮੈਨੂੰ ਜਾਂ ਬਾਰ-ਬਾਰ ਪੜ੍ਹੀ ਜਾਵਾਂ ਜਾਂ ਕਾਈਂਡ ਆਫ ਡਾਕੂਮੈਂਟਸ ਰਿਵਿਊ ਹੀ ਕਰੀ ਜਾਵਾਂ ਜਾਂ ਕੁਐਸਚਨ ਸੋਚੀ ਜਾਵਾਂ ਕੀ ਪੁੱਛਣਗੇ। ਠੀਕ ਹੈ, ਐਗਜ਼ਾਮ ਨਹੀਂ ਹੈਗਾ, ਇੱਕ ਨਾਰਮਲ ਇੱਕ ਤੁਸੀਂ ਇੰਟਰਵਿਊ ਲਈ ਜਾ ਰਹੇ ਹੋ, ਠੀਕ ਹੈ, ਉਹਨੇ ਨਾਰਮਲ ਤੁਹਾਨੂੰ ਕੁਝ ਕੁਐਸਚਨਸ ਪੁੱਛਣੇ ਆ, ਤੁਸੀਂ ਆਨਸਰ ਦੇਣੇ ਆ। ਠੀਕ ਹੈ, ਇੱਕ ਨੈਚੁਰਲ ਰਹੋ ਆਪਣੇ ਰਿਸਪੌਂਸਿਸ। ਠੀਕ ਹੈ, ਬੰਦੇ ਨੂੰ ਕਈ ਵਾਰ ਐਵਰੀ ਚੀਜ਼ ਨਹੀਂ ਪਤਾ ਹੁੰਦੀ ਹੈਗੀ। ਠੀਕ ਹੈ, ਅਗਲਾ ਮੇਨ ਮਤਲਬ ਤੁਸੀਂ ਗੋ ਥਰੂ ਹੋ ਕੇ ਵੀ ਡਾਕੂਮੈਂਟ ਬਾਰੇ ਤੁਸੀਂ ਦੱਸ ਸਕਦੇ ਹੈਗੇ ਹੋ। ਤੇ ਇੰਪੋਰਟੈਂਟ ਚੀਜ਼ ਆ ਕਿ ਗੁੱਡ ਨਾਈਟ ਸਲੀਪ ਲਿਓ ਤੇ ਫਿਰ ਤੁਸੀਂ ਰੀਫਰੈਸ਼ ਹੋਵੋਗੇ ਕੱਲ੍ਹ ਨੂੰ ਸਵੇਰੇ ਇੰਟਰਵਿਊ ਲਈ ਜਾਣ ਲਈ। ਤੇ ਠੀਕ ਆ, ਮੇਨ ਤੁਸੀਂ ਵਾਕਿੰਗ ਡਿਸਟੈਂਸ 'ਤੇ ਹੋਵੋਗੇ, ਬਹੁਤ ਵਧੀਆ ਗੱਲ ਹੈਗੀ ਆ। ਤੇ ਅਸੀਂ ਫਿਰ ਨੈਕਸਟ ਵੀਡੀਓਜ਼ ਦੇ ਵਿੱਚ ਨਾ ਕਿ ਸਮਝ ਲਓ ਤੁਹਾਡਾ ਇੰਟਰਵਿਊ ਡੇ ਆ ਗਿਆ ਵਾ, ਉਹਦੇ ਬਾਰੇ ਡਿਸਕਸ ਕਰਾਂਗੇ ਕਿ ਸਪੈਸ਼ਲੀ ਬਾਹਰ ਵਾਲਿਆਂ ਲਈ ਵੀ ਜਿਹੜੇ ਤੇ ਬਾਹਰ ਹੀ ਹੈਗੇ ਆ ਤੇ ਜਿਹੜੇ ਤੇ ਕੈਂਡੀਡੇਟ ਅੰਦਰ ਜਾਣੇ ਉਹਨਾਂ ਦੇ ਬਾਰੇ ਵੀ ਡਿਸਕਸ ਕਰਾਂਗੇ। ਤੇ ਕੀਪ ਟਿਊਨ ਐਂਡ ਸ਼ੇਅਰ, ਸਬਸਕ੍ਰਾਈਬ ਐਂਡ ਲਾਈਕ ਆਵਰ ਵੀਡੀਓਜ਼। ਥੈਂਕ ਯੂ ਗਾਇਸ।